ਡੀਡੀ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। मैं हाँ नवजोत कौर सिद्धू लेके हाजिर जी प्रोग्राम अज दी गल। इस प्रोग्राम के तहत लाइव चर्चा की जाएगी इदां दे विषय के उत्ते जिहड़ा दिन असीं अज मना रहे हैं। अज है जी 24 तारीख 24 जनवरी ते जिन्हों असीं मनाउंदे हां जी राष्ट्रीय बालड़ी दिवस के तौर पर, जिन्हों कौमी बालड़ी दिवस भी कहा जाता। क्यों दिन ये मनाया जाता, क्यों खास है, धीआं नूं लैके की कदम सरकारां वल्लों चुके गए, की कदम समाज के वल्लों चुके गए, तो अज धीआं समाज कित्थे खड़ियां ने, किदां दे दर्जे उन्हां नूं प्राप्त ने, इहदे बारे खुल के चर्चा होएगी जी इस लाइव शो दे विच। चर्चा करने लई खास तौर पर जिहड़ा जिंदे माहिर साडे कोल स्टूडियो च पहुंचे ने, तुहानूं मिलवाउंदे आ, उन्हां दा स्वागत करदे आ। सब तो पहला स्टूडियो च स्वागत करदे आ जी गुरजोत कौर जी दा। गुरजोत जी स्टूडियो च बहुत बहुत स्वागत है जी। गुरजोत जी नारी निकेतन दे जनरल सैकटरी ने ते नाल दी नाल दे ट्रस्टी भी ने। इस तो बाद असीं स्वागत करदे आ परवीन अबरोल जी दा, जो कि समाज सेविका ने। परवीन जी बहुत बहुत स्वागत है जी। धन्यवाद। सो गलबात जिहड़ी अहम है अज कौमी बालड़ी दिवस ते उस तो भी पहला ये जानना जरूरी है कि इस दिन नूं मनाउण दी जरूरत क्यों महसूस हुई। जदों असीं गुरजोत जी गल करदे हां राष्ट्रीय बालड़ी दिवस नूं मनाउण दी, क्यों मनाया जांदा, मंतव की है इस दिन नूं मनाउण दा? नवजोत जी ये दिन 2008 च साडे औरत ते बाल विकास मंत्रालय ते भारत सरकार वालों मनाना शुरू होया सी जी। क्योंकि दिन पर दिन हर रोज़ ਜਿਹੜੀਆਂ ਨਾ ਬਰਾਬਰੀਆਂ ਲੜਕੀਆਂ ਨਾਲ ਹੋ ਰਹੀਆਂ ਸੀ, ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਸੀ। ਔਰ ਮੈਂ ਮੰਨਦੀ ਹਾਂ ਸਰਕਾਰਾਂ ਦੇ, ਲੋਕਾਂ ਦੇ ਜਿਹੜਾ ਇੱਕ ਸੁਚੇਤ ਵਰਗ ਆ ਸਾਡੇ ਸਮਾਜ ਦਾ, ਉਹਦੇ 'ਚ ਉਹਦੀ ਸੋਚ ਕਰਕੇ, ਬਹੁਤ ਨਵੀਂ ਸੋਚ, ਖੁੱਲੀ ਸੋਚ ਕਰਕੇ ਅੱਜ ਉਹ ਲੜਕੀਆਂ ਤੇ ਲੜਕਿਆਂ 'ਚ ਬਰਾਬਰੀ ਸਮਝਦੇ ਨੇ। ਉਹਦੇ ਹੀ ਸਦਕਾ ਅੱਜ ਸਾਰਿਆਂ ਦੇ ਯਤਨਾਂ ਦੇ ਸਦਕਾ ਜਿਹੜੇ ਲੋਕ ਸੁਚੇਤ ਹੋ ਗਏ ਨੇ, ਅੱਜ ਲੜਕੀਆਂ ਉਸ ਮੁਕਾਮ ਤੇ ਪਹੁੰਚ ਗਈਆਂ ਜਿੱਥੇ ਪਹਿਲਾਂ ਕਦੀ ਕੋਈ ਸੋਚ ਵੀ ਨਹੀਂ ਸਕਦਾ ਸੀ। ਅੱਜ ਉਹ ਹਰ ਖਿੱਤੇ 'ਚ, ਹਰ ਪੋਜੀਸ਼ਨ ਤੇ ਲੜਕੀਆਂ ਦੇ ਬਰਾਬਰ ਨੇ ਔਰ ਕਈ ਜਗ੍ਹਾ ਤਾਂ ਉਹ ਬਿਹਤਰ ਵੀ ਕੰਮ ਕਰ ਰਹੀਆਂ ਨੇ ਜੀ। ਤੇ ਹੌਲੀ ਹੌਲੀ ਇਹ ਜਾਗਰੂਕਤਾ ਸਾਨੂੰ ਸਾਰੇ ਸਮਾਜ 'ਚ ਉਸ ਵਰਗ 'ਚ ਵੀ ਪਹੁੰਚਾਣੀ ਔਰ ਉਹਨਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੀ ਸੋਚ ਹਜੇ ਥੋੜੀ ਪਿਛੜੀ ਹੈ। ਜੋ ਗੁਰਜੋਤ ਜੀ ਨੇ ਗੱਲ ਕੀਤੀ ਪਰਮੀਤ ਜੀ, 2008 ਤੋਂ ਲੈ ਕੇ ਜੋ ਮੰਤਵ ਮਿੱਥਿਆ ਗਿਆ ਸੀ ਤੇ 2023 ਚ ਆਪਾਂ ਬੈਠੇ, ਹਾਲਾਂਕਿ ਚਾਹੇ ਪਹਿਲੇ ਮਹੀਨੇ ਚ ਹੀ ਆ, ਕੀ ਤੁਹਾਨੂੰ ਲੱਗਦਾ ਕਿ ਉਸ ਸੋਚ ਦੇ ਆਪਾਂ ਨੇੜੇ ਪਹੁੰਚੇ ਆ? ਕਿੱਥੇ ਉਸ ਦਿਵਸ ਦੀ ਜਿਹੜੀ ਮਹਾਨਤਾ ਅੱਜ ਉਹ ਖੜੀ ਹੈ? ਅੱਜ ਉਸ ਦਿਨ ਦੀ ਮਹਾਨਤਾ ਸਾਡੇ ਸਾਹਮਣੇ ਪੂਰੇ ਇੱਕ ਰੂਪ ਦੇ ਵਿੱਚ ਖੜੀ ਹੈ ਕਿ ਅੱਜ ਅਸੀਂ ਡੀਡੀ ਪੰਜਾਬੀ ਦੇ ਵਿਹੜੇ 'ਚ ਤਿੰਨੇ ਔਰਤਾਂ ਬਾਲੜੀ ਦਿਵਸ ਤੇ ਗੱਲਬਾਤ ਕਰ ਰਹੇ ਆ। ਇਸ ਤੋਂ ਵੱਡਾ ਕੀ ਸਬੂਤ ਹੈ ਕਿ ਉਹਦੇ ਵਿੱਚ ਕਿੰਨਾ ਪਰਿਵਰਤਨ ਆਇਆ। ਕੋਈ ਸਮਾਂ ਸੀ ਜਦੋਂ ਇੱਕ ਬੇਟੀ ਨੂੰ ਜਨਮ ਲੈਣ ਵਾਸਤੇ ਸਮਾਜ ਦੀ ਆਗਿਆ ਲੈਣੀ ਪੈਂਦੀ ਸੀ। ਅੱਜ बेटी आत्मनिर्भर हो रही है। आज उस बेटी ने, दिया बजाज ने जाके साडे माउंट एवरेस्ट ते साडे देश का झंडा चढ़ाया। सिर्फ ये दस्या है कि औरतां किसी भी पक्ष च कमजोर नहीं, सिर्फ उन्होंने सुअवसर मिलने की जरूरत है। और 2008 तो ਜਿਹੜੀਆਂ ਤਬਦੀਲੀਆਂ ਆਈਆਂ, 2015 ਚ ਜਦੋਂ ਬੇਟੀ ਬਚਾਓ ਬੇਟੀ ਪੜਾਓ ਤੇ ਆਏ, ਉਸ ਤੋਂ ਬਾਅਦ ਲੋਕਾਂ 'ਚ ਹੋਰ ਜਾਗਰੂਕਤਾ। ਔਰ ਇਹਦੇ ਵਿੱਚ ਸਭ ਤੋਂ ਵੱਡਾ ਅਹਿਮ ਰੋਲ ਸਾਡੀ ਸਿੱਖਿਆ ਨੇ ਕੀਤਾ। क्योंकि हुण तुसीं देखो कि किन्ने स्कूल, किन्ने कॉलेजेस और किन्ने मतलब स्टूडेंट्स, फीमेल स्टूडेंट्स ने जिहदे च माँ बाप हर चाह रहा, जिहड़ा माँ बाप बर्तन भी साफ कर रहा है वो भी चाहता कि मैं अपनी बेटी पढ़ावां। ये है बदलाव। बिल्कुल सही। बेटी बचाओ बेटी पढ़ाओ दी आपां एक होर उदाहरण लैके गुरजोत जी चलदे आ। इस चीज़ ने पंजाब ਦੇ ਨਾਲ ਹੋਰ ਸੂਬਿਆਂ ਨੂੰ ਵੀ ਬਹੁਤ ਵਧਾਇਆ। ਜਿਹੜੀ ਇਹ ਸਕੀਮ ਸੀਗੀ ਸਰਕਾਰ ਦੀ, ਤੁਹਾਨੂੰ ਕੀ ਲੱਗਦਾ ਕਿ ਇਸ ਸਕੀਮ ਨੇ ਲੋਕਾਂ ਨੂੰ ਇੱਕ, ਆਪਾਂ ਕਹਿੰਦੇ ਨਾ, ਇੱਕਦਮ ਕ੍ਰਾਂਤੀ ਆ ਜਾਂਦੀ ਕਿਸੇ ਚੀਜ਼ ਨੂੰ ਲੈ ਕੇ, ਲੋਕਾਂ ਦਾ ਇੱਕਦਮ ਮਾਈਂਡਸੈਟ ਚੇਂਜ ਹੋ ਜਾਂਦਾ ਕਿ ਇਸ ਤਰੀਕੇ ਨਾਲ ਇਹ ਚੀਜ਼ ਰੂਟ ਹੋਈ? ਇਹਦਾ ਇਹ ਹੈ ਕਿ ਜਿਹੜੀ ਸਿੱਖਿਆ ਹੈ ਨਾ ਉਹ ਬਹੁਤ ਜ਼ਰੂਰੀ ਹੈ। ਤੇ ਜਦੋਂ ਬੇਟੀ ਨੂੰ, ਉਹ ਕਹਿੰਦੇ ਆ ਨਾ, ਬੇਟੇ ਨੂੰ ਪੜਾਓ ਤੇ ਇੱਕ ਇਨਸਾਨ ਨੂੰ ਪੜਾਉਂਦੇ ਆ। ਜੇ ਬੇਟੀ ਨੂੰ ਪੜਾ ਰਹੇ ਆ, ਪੂਰੇ ਪਰਿਵਾਰ ਨੂੰ ਪੜਾ ਰਹੇ ਆ। ਜਦੋਂ ਬੇਟੀ ਨੂੰ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ, ਜਦੋਂ ਇਸ ਲਾਇਕ ਹੋ ਜਾਂਦੀ ਹੈ ਕਿ ਉਹ ਉਹਦੀ ਨਾ ਜਿਹੜੀ ਆਪਣੀ ਸ਼ਖਸੀਅਤ ਆ ਉਹਦੇ 'ਚ ਇੱਕ ਕੌਨਫੀਡੈਂਸ ਆ ਜਾਂਦਾ ਆ, ਉਹ ਆਤਮ ਨਿਰਭਰ ਫੀਲ ਕਰਦੀ ਆ, ਫਿਰ ਉਹਦਾ ਦ੍ਰਿਸ਼ਟੀਕੋਣ ਬਦਲ ਜਾਂਦਾ। ਉਹ ਉਹਨਾਂ ਮਸਲਿਆਂ ਤੇ ਸਮਾਜ ਆਪਣੀ ਆਵਾਜ਼ ਉਠਾ ਪਾਉਂਦੀ ਹੈ ਜਿਹੜੀ ਕਿ ਪੜ੍ਹੀ ਲਿਖੀ ਲੜਕੀ ਆਪਣੇ ਆਪ ਨੂੰ ਇਸ ਕਾਬਿਲ ਨਹੀਂ ਸਮਝਦੀ। ਤੇ ਇਸ ਲਈ ਬੇਟੀਆਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਕੱਲ ਨੂੰ ਕੁਛ ਹੱਦ ਤੱਕ ਆਪਣਾ ਮੁਕਾਬਲਾ ਕਰ ਸਕਣ, ਸਮਾਜ ਦੇ ਵਿੱਚ ਖੜੇ ਹੋ ਕੇ ਆਪਣੀ ਆਵਾਜ਼ ਉਠਾ ਸਕਣ। ਬੇਟੀਆਂ ਨੂੰ ਪੜ੍ਹਾਉਣ ਦੀ ਗੱਲ ਚੱਲੀ ਹੈ, ਉਸ ਤੋਂ ਬਾਅਦ ਅਗਲਾ ਪੜਾਅ ਹੁੰਦਾ ਫਿਰ ਨੌਕਰੀ। ਹੁਣ ਜਦੋਂ ਅਸੀਂ ਫਿਰ ਗੱਲ ਕਰਦੇ ਹਾਂ ਧੀਆਂ ਦੀ, ਤਾਂ ਪੜ੍ਹਾਈ ਤੋਂ ਬਾਅਦ ਨੌਕਰੀਆਂ ਦੇ ਮੌਕੇ ਕਿੰਨੇ ਕੁ ਪੈਦਾ ਹੋਏ, ਕਿੰਨੀ ਕੁ ਥਾਂ ਤੇ ਉਹਨਾਂ ਨੂੰ ਆਪਣੇ ਆਪ ਨੂੰ ਰੋਕਣਾ ਪਿਆ, ਘੁੱਟਣਾ ਪਿਆ, ਜਾਂ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਸਿਸਟਮ ਹੈ ਉਹਨੇ ਇਸ ਚੀਜ਼ ਨੂੰ ਐਕਸੈਪਟ ਕੀਤਾ? ਇਹਦੇ ਸਿਸਟਮ 'ਚ ਦੇਖੋ ਕਮਜ਼ੋਰੀਆਂ ਤਾਂ ਹਮੇਸ਼ਾ ਰਹਿਣਗੀਆਂ, ਪਰ ਜਦੋਂ ਇਹ ਸਿੱਖਿਆ, ਜਦੋਂ ਇਹ ਜਾਗਰੂਕਤਾ, ਜਦੋਂ ਇਹ ਪਰਿਵਾਰ ਦੀ ਇੱਕ ਸਪੋਰਟ ਜੀ ਬਾਲੜੀ ਨੂੰ ਮਿਲੇਗੀ ਤੇ ਉਹ ਹਰ
ਖੇਤਰ ਦੇ ਵਿੱਚ ਨਾਂ ਕਮਾਏਗੀ। ਤੁਸੀਂ ਦੇਖੋ ਕਿ ਕੋਈ, ਮੈਨੂੰ ਨਹੀਂ ਲੱਗਦਾ ਕਿ ਚਾਹੇ ਫੌਜ ਤੋਂ ਲੈ ਲਓ, ਜਿੱਥੋਂ ਤੱਕ ਮਰਜ਼ੀ ਦੇਖ ਲਓ, ਕੋਈ ਇਸ ਤਰ੍ਹਾਂ ਦਾ ਖੇਤਰ ਨਹੀਂ ਜਿਹੜਾ ਲੜਕੀਆਂ ਤੋਂ ਅਛੂਤ ਹੈ। ਔਰ ਉਸ ਤੋਂ ਦੂਸਰੀ ਇਹ ਗੱਲ ਹੈ ਕਿ ਉਹ 'ਚੋਂ ਸਕਸੈਸਫੁਲ ਨੇ, ਰੇਟ ਸਕਸੈਸਫੁਲ ਰੇਟ ਜ਼ਿਆਦਾ ਹੈ। ਇਸ ਕਰਕੇ ਬੇਟੀਆਂ ਓਨੀਆਂ ਹੀ ਸਿੰਸੀਅਰ ਹੁੰਦੀਆਂ, ਜਿੰਨੀਆਂ ਕਰ ਓਨੀਆਂ ਹੀ ਬਾਹਰ। ਕੋਈ ਐਸਾ ਖੇਤਰ ਨਹੀਂ ਹੈ ਜਿੱਥੇ ਉਹ ਪੂਰੇ ਆਪਣੀ ਹਿੰਮਤ, ਹੌਸਲੇ, ਔਰ ਹੁਣ ਉਹ ਚੀਜ਼ਾਂ ਨਹੀਂ ਰਹਿ ਗਈਆਂ ਕਿ ਉਹਨੂੰ ਬਾਹਰ ਜਾਣ ਤੋਂ ਡਰ ਲੱਗਦਾ ਹੈ ਜਾਂ ਨਹੀਂ। ਇਸ ਦੇ ਵਿੱਚ ਛੋਟਾ ਜਿਹਾ ਜੇ ਕਿਤੇ ਐਡ ਹੋ ਜਾਏ, ਮਾਂ-ਬਾਪ ਜੇ ਬੱਚੇ ਨੂੰ ਬਿਨਾਂ ਲਿੰਗ ਭੇਦ ਤੋਂ ਦੋਨਾਂ ਬੱਚਿਆਂ ਨੂੰ ਬਰਾਬਰ ਦੇਣ, ਤੇ ਜਿਸ ਤਰ੍ਹਾਂ ਵੈਸਟ ਹੁੰਦਾ ਹੈ, ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਬਾਲੜੀ ਦੀ ਵੀ ਉਸੇ ਬੱਚੇ ਵਾਂਗੂ ਹੁੰਦੇ ਜਿਹੜਾ ਬੜੀ ਆਕੜ ਕੇ ਬਾਹਰ ਤੁਰਦਾ ਕਿ ਮੈਂ ਪੁੱਤਰ। ਜੀ ਬਿਲਕੁਲ ਸਹੀ। ਨਵਜੋਤ ਜੀ, ਤੁਸੀਂ ਨੌਕਰੀ ਦੀ ਗੱਲ ਕੀਤੀ ਸੀ, ਮੈਂ ਤੁਹਾਡੇ ਨਾਲ ਇਹ ਗੱਲ ਜ਼ਰੂਰ ਸਾਂਝੀ ਕਰੂੰਗੀ ਕਿ ਨੌਕਰੀ 'ਚ ਅੱਜ ਲੜਕੇ ਲੜਕੀਆਂ ਦੋਨਾਂ ਨੂੰ ਬਰਾਬਰ ਮਿਲਦੀ ਆ ਨੌਕਰੀ ਉਹਦੀ, ਪਰ ਮੈਂ ਜੋ ਦੇਖਦੀ ਆ, ਰੋਜ਼ ਪੜ੍ਹਦੇ ਆ, ਸੁਣਦੇ ਆ, ਕਈ ਜਗ੍ਹਾ ਤੇ ਅਸੀਂ ਮਹਿਸੂਸ ਕਰਦੇ ਆ ਕਿ ਲੜਕੀਆਂ ਜ਼ਿਆਦਾ ਬਿਹਤਰ ਕਰ ਰਹੀਆਂ ਲੜਕਿਆਂ ਤੋਂ। ਉਹਨਾਂ ਦੀ ਐਫੀਸ਼ੀਐਂਸੀ ਔਰ ਉਹਨਾਂ ਦੀ ਜਿਹੜੀ ਉਹ ਹੈ ਨਾ ਸਿੰਸੈਰਿਟੀ ਜ਼ਿਆਦਾ ਹੈ, ਕਮਿਟਮੈਂਟ ਜ਼ਿਆਦਾ ਹੈ, ਚਾਹੇ ਉਹ ਵਿਆਹੀਆਂ ਹੋਣ ਚਾਹੇ ਉਹ ਵਿਆਹੀਆਂ ਨਹੀਂ ਹੈ। ਇਹੀ ਕਮਿਟਮੈਂਟ ਉਹਨਾਂ ਦੀ ਆਪਣੇ ਘਰਾਂ 'ਚ ਹੈ, ਆਪਣੇ ਮਾਂ-ਬਾਪ ਨਾਲ ਹੈ, ਆਪਣੀ ਫੈਮਿਲੀ ਨਾਲ ਹੈ, ਇਹੀ ਕਮਿਟਮੈਂਟ ਉਹ ਬਾਹਰ ਸਮਾਜ ਕਰਦੇ। ਪਰ ਇਹਦੇ ਬਾਵਜੂਦ ਅਗਰ ਆਪਾਂ ਚੀਜ਼ ਇਸ ਚੀਜ਼ ਨੂੰ ਵੀ ਥੋੜਾ ਜਿਹਾ ਛੋ ਲਈਏ ਕਿ ਇਹਦੇ ਬਾਵਜੂਦ ਜਦੋਂ ਲੜਕੀਆਂ ਦੇ ਕਿਤੇ ਨੌਕਰੀ ਕਰਨ ਦੀ ਗੱਲ ਆਉਂਦੀ ਹੈ, ਇੱਕ ਵਾਰੀ ਸਾਡੇ ਮਨ 'ਚ ਚਾਹੇ ਉਹਦੀ ਪੈਰੈਂਟਲ ਫੈਮਿਲੀ ਹੈ, ਚਾਹੇ ਉਹਦੇ ਲੌਸ ਫੈਮਿਲੀ ਹੈ, ਅਸੀਂ ਇੱਕ ਵਾਰੀ ਉਹਨੂੰ ਜ਼ਰੂਰ ਵਿਚਾਰਦੇ ਹਾਂ, ਅੱਛਾ ਅਸੀਂ ਪੌਜ਼ ਦਿੰਦੇ ਹਾਂ ਉਸ ਗੱਲ ਤੇ, ਅੱਛਾ ਹੁਣ ਤੂੰ ਨੌਕਰੀ ਕਰਨੀ ਹੈ। ਹੁਣ ਉਹ ਜਿਹੜਾ ਮਾਈਂਡਸੈਟ ਹੈ, ਕੀ ਤੁਹਾਨੂੰ ਆਪਾਂ ਨੂੰ ਲੱਗਦਾ ਕਿ ਉਹ ਵੀ ਸਮੇਂ ਦੇ ਨਾਲ ਬਦਲਿਆ ਜਾਂ ਬਦਲ ਰਿਹਾ ਜਾਂ ਕਿੰਨਾ ਕੁ ਬਦਲ ਗਿਆ? ਉਹਦੀ ਮਾਈਂਡਸੈਟ ਮਾਂ-ਬਾਪ ਦੇ ਦਿਮਾਗ 'ਚ ਆਉਣਾ ਬਹੁਤ ਨੈਚੁਰਲ ਹੈ, ਕਿਉਂਕਿ ਗੱਲ ਉੱਥੇ ਹੀ ਆ ਜਾਂਦੀ ਹੈ, ਕਿਉਂਕਿ ਸਾਡਾ ਜਿਹੜਾ ਸਮਾਜ ਆ ਉਹਦੇ ਸਾਰੇ ਵਰਗ ਇੰਨੇ ਸੁਚੇਤ ਨਹੀਂ ਹੋਏ। ਉਹ ਕਿਤੇ ਨਾ ਕਿਤੇ ਲੜਕੀ ਦਾ ਉਹਨੂੰ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਆ। ਅੱਛਾ, ਫਿਰ ਲੜਕੀ ਜੇ ਕਿਤੇ ਲੜਕੇ ਤੋਂ ਅੱਗੇ ਨਿਕਲ ਜਾਏ, ਉਹ ਵੀ ਉਹਨਾਂ ਤੋਂ ਟੋਲਰੇਟ ਨਹੀਂ ਹੁੰਦਾ। ਇਸ ਲਈ ਉਹ ਸਮਾਜ ਦੀ ਸੋਚ ਬਦਲਣੀ ਬਹੁਤ ਜ਼ਰੂਰੀ ਆ, ਤਾਂ ਹੀ ਉਹ ਥੋੜਾ ਖੁੱਲ ਕੇ ਵਿਚਰ ਸਕਦੀਆਂ। ਸਮਾਜਿਕ ਸੁਰੱਖਿਆ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਗੱਲ ਇਹਦੇ ਨਾਲ ਹੀ ਕਿਤੇ ਨਾ ਕਿਤੇ ਜੁੜੀ ਹੈ। ਜੌਬ ਸਿਕਿਉਰਿਟੀ ਦੀ ਆਪਾਂ ਗੱਲ ਕਰਦੇ ਤਾਂ ਉਦੋਂ ਬਾਅਦ ਸਮਾਜਿਕ ਸੁਰੱਖਿਆ ਦੀ ਗੱਲ ਕਰਦੇ ਹਾਂ। ਟੀਜ਼ਿੰਗ ਹੈ, ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ, ਉਸ ਚੀਜ਼ ਨੂੰ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਸੁਧਾਰ ਹੋ ਰਿਹਾ? ਲੜਕੀਆਂ ਚੇਤਨ ਹੋ ਰਹੀਆਂ, ਮਾਪੇ ਚੇਤਨ ਹੋ ਰਹੇ, ਜਾਂ ਸੁਸਾਇਟੀ ਥੋੜੀ ਜਿਹੀ ਇਹਨਾਂ ਚੀਜ਼ਾਂ ਤੇ ਕੋਆਪਰੇਟ ਕਰਨਾ ਸ਼ੁਰੂ ਕਰ ਚੁੱਕੀ ਹੈ? ਬਿਲਕੁਲ ਕਰ ਚੁੱਕੀ ਹੈ। ਕਾਰਨ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਦੇਖੋ ਸੁਰੱਖਿਆ ਬਹੁਤ ਜ਼ਰੂਰੀ ਹੈ। ਸਾਡੇ ਸਮਾਜ ਕੁਝ ਵਰਗ ਜਿਸ ਤਰ੍ਹਾਂ ਨਸ਼ਾ ਬਹੁਤ ਹੈ, ਕਈ ਵਾਰੀ ਇਸ ਤਰ੍ਹਾਂ ਦੇ ਲੋਕ ਉਹਨਾਂ ਦੇ ਮਗਰ ਲੱਗ ਜਾਂਦੇ ਜਾਂ ਕੋਈ ਵੀ ਤਬਦੀਲ, ਪਰ ਉਹਦੇ ਵਿੱਚ ਹੁਣ ਸਰਕਾਰਾਂ ਨੇ ਕੁਝ ਇਸ ਤਰ੍ਹਾਂ ਦੀਆਂ ਹੈਲਪਲਾਈਨਸ ਬਣਾ ਦਿੱਤੀਆਂ। ਸਭ ਤੋਂ ਵੱਡਾ ਸਾਨੂੰ ਹੈਲਪਲਾਈਨਸ ਦਾ ਫਾਇਦਾ, ਜਿਸ ਤਰ੍ਹਾਂ ਉਸ ਦਿਨ ਵੀ ਗੱਲ ਹੋ ਰਹੀ ਸੀ ਕਿ 181 ਤੇ 112 ਤੇ ਜਾਂ 1091 ਤੇ ਬਹੁਤ ਸਾਰੀਆਂ ਸਹੂਲਤਾਂ ਦੇ ਦਿੱਤੀਆਂ ਕਿ ਜੇ ਲੜਕੀ ਨੂੰ ਜ਼ਰੂਰਤ ਹੋਵੇ ਤੇ ਉਹ ਇਸ ਤੇ ਕਾਲ ਕਰ ਸਕਦੀ, ਸੁਰੱਖਿਅਤ ਰਹਿ। ਦੂਸਰਾ, ਜਦੋਂ ਪੇਰੈਂਟਸ ਜਿਹੜੇ ਆ ਉਹਨੂੰ ਐਜੂਕੇਸ਼ਨ ਦੇਣ ਦੇ ਨਾਲ ਸਕੂਲਾਂ ਕਾਲਜਿਸ ਦੇ ਵਿੱਚ ਵੀ ਬਹੁਤ ਸਾਰੇ ਐਸੇ ਸੈਮੀਨਾਰਸ ਹੁੰਦੇ ਨੇ, ਬਹੁਤ ਸਾਰੇ ਐਸੇ ਪ੍ਰੋਗਰਾਮਸ ਹੁੰਦੇ ਨੇ ਜਿਹਦੇ ਚ ਉਹਨੂੰ ਦੱਸਿਆ ਜਾਂਦਾ ਵੀ ਜਦੋਂ ਵੀ ਕੋਈ ਵਕਤ ਪਵੇ ਉਸ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ। ਸੋ ਇਹ ਥੋੜਾ ਜਿਹਾ ਟਾਈਮ ਸੁਰੱਖਿਆ ਨੂੰ ਹੋਰ ਲੱਗੇਗਾ ਜੀ। ਐਜੂਕੇਸ਼ਨ ਵੱਲੋਂ ਕੋਈ ਕਮੀ ਨਹੀਂ, ਮਾਪਿਆਂ ਵੱਲੋਂ ਕੋਈ ਕਮੀ ਨਹੀਂ, ਪਰ ਸਿਰਫ ਥੋੜੀ ਜੀ ਹੈ ਤੇ ਸੁਰੱਖਿਆ ਗੁਰਜੋਤ, ਥੋੜੀ ਜੀ ਕਮੀ ਜਿਹੜੀ ਹੈ ਉਹ ਸੁਰੱਖਿਆ ਚ ਹੈ, ਉੱਥੋਂ ਥੋੜਾ ਜਿਹਾ ਅਸੀਂ ਡਰ ਜਾਂਦੇ ਹਾਂ। ਉਹਦੇ ਚ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੂੰਗੀ ਕਿ ਜਿਹੜੇ ਸਾਨੂੰ ਘਰ ਦੇ ਵਿੱਚ ਨਾ ਬੇਟਿਆਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਬਚਪਨ ਤੋਂ ਹੀ ਅਗਰ ਮਾਤਾ ਪਿਤਾ ਬੇਟੇ ਨੂੰ ਇਹ ਸਿਖਾਣ ਕਿ ਤੁਸੀਂ ਲੜਕੀ ਦੀ ਇੱਜ਼ਤ ਕਰਨੀ ਆ ਜੀ, ਵੱਡੇ ਹੁੰਦੇ ਤੱਕ ਉਹਨਾਂ ਦੇ ਮਨ 'ਚ ਇਹ ਪ੍ਰਿੰਸੀਪਲਸ ਪਾਏ ਜਾਣ ਅਗਰ, ਕਿਉਂਕਿ ਕੀ ਹੋ ਰਿਹਾ ਹੈ ਕਿ ਲੜਕੀ ਜਿੱਥੇ ਜਿਹੜੇ ਲੜਕਿਆਂ ਨੂੰ ਕੋਈ ਹੈ ਹੀ ਨਹੀਂ, ਨਾ ਉਹਨਾਂ ਨੂੰ ਪਰਿਵਾਰ ਦਾ ਕੋਈ, ਨਾ ਕਿਸੇ ਨੇ ਸਿਖਾਇਆ, ਉਹ ਇਸੀ ਆਕੜ 'ਚ ਘੁੰਮਦੇ ਨੇ, ਉੱਥੇ ਉਹ ਗਲਤ ਗੱਲ ਹੋ ਜਾਂਦੀ ਹੈ। ਔਰ ਉਹ ਜੇ ਉਹ ਲੜਕੇ ਇੱਜ਼ਤ ਕਰਨਗੇ ਲੜਕੀ ਦੀ, ਤਾਂ ਉਹ ਕਦੀ ਵੀ ਸਮਾਜ ਕਿਤੇ ਲੜਕੀ ਨਾਲ ਗਲਤ ਹੋ ਰਿਹਾ ਉਹ ਦੇਖ ਨਹੀਂ ਸਕਣਗੇ, ਔਰ ਜਿਹੜੀ ਸਮਾਜਿਕ ਸੁਰੱਖਿਆ ਜਿਹੜੀ ਉਹ ਲੜਕੀ ਮਹਿਸੂਸ ਨਹੀਂ ਕਰਦੀ। ਅੱਛਾ, ਇੱਕ ਚੀਜ਼ ਹੋਰ ਹੈ ਜੋ ਜੀ, ਜਿਹੜਾ ਲੱਗਦਾ ਕਿ ਲੜਕੀਆਂ ਨੇ ਹੁਣ ਬਦਲਦੇ ਸਮੇਂ ਦੇ ਨਾਲ, ਕੀ ਤੁਹਾਨੂੰ ਲੱਗਦਾ ਕਿ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ, ਚਾਹੇ ਕਿਸੇ ਵੀ ਮੈਟਰ ਤੇ ਹੋਵੇ ਉਹ ਚੀਜ਼? ਇਹਦਾ ਬਹੁਤ ਫਰਕ ਪਿਆ, ਔਰ ਇਹਦੇ ਚ ਮੈਂ ਕਿਸੇ ਹੱਦ ਤੱਕ ਸੋਸ਼ਲ ਮੀਡੀਆ ਦਾ ਵੀ ਧੰਨਵਾਦ ਕਰਦੀ ਹਾਂ, ਕਿਉਂਕਿ ਪਹਿਲਾਂ ਆਵਾਜ਼ ਪਹੁੰਚਦੀ ਨਹੀਂ ਸੀਗੀ। ਹੁਣ ਕੁਝ ਹੁੰਦਾ ਹੈ, ਸੋਸ਼ਲ ਮੀਡੀਆ ਤੇ ਆਵਾਜ਼ ਪਹੁੰਚ ਜਾਂਦੀ ਹੈ ਔਰ ਕਿਸੇ ਹੱਦ ਤੱਕ ਉਹਦਾ ਜਸਟਿਸ ਵੀ ਮਿਲਦਾ ਹੈ। ਪਰ ਉਹਦੇ ਚ ਇੱਕ ਹੀ ਗੱਲ ਆ ਜਾਂਦੀ ਹੈ ਕਿ ਇਸ ਗੱਲ ਨੂੰ ਹੋਰ ਬੜਾਵਾ ਮਿਲਦਾ ਹੈ। ਸਾਡੇ ਜਿਹੜੀ ਸਮਾਜ ਦੀ ਮਾਨਸਿਕਤਾ ਹੈ, ਉਹ ਜਦੋਂ ਤੱਕ ਉਹ ਠੀਕ ਨਹੀਂ ਹੁੰਦੀ, ਇਹ ਚੀਜ਼ ਵੱਧਦੀ ਰਹੇਗੀ। ਉਹਦੇ ਲਈ ਲੜਕਿਆਂ ਦਾ ਬਹੁਤ ਵੱਡਾ ਰੋਲ ਪੇਰੈਂਟਸ ਨੂੰ ਕਰਨਾ ਪਏਗਾ, ਉਹਨਾਂ ਨੂੰ ਪੜ੍ਹਾਉਣ 'ਚ ਔਰ ਉਹਨਾਂ ਨੂੰ ਜਾਗਰੂਕਤਾ ਕਰਨ 'ਚ। ਇੱਕ ਇਹਦਾ ਇਹ ਵੀ ਕਾਰਨ ਹੈ ਕਿ ਜਿਹੜੀ ਅੱਜ ਕੱਲ੍ਹ ਬੇਰੁਜ਼ਗਾਰੀ ਆ,
ਉਹ ਬੇਰੁਜ਼ਗਾਰੀ ਨਾਲ ਗਲਤ ਕਦਮ ਚੁੱਕ ਲੈਂਦੇ ਔਰ ਬੇਰੁਜ਼ਗਾਰੀ ਨਾਲ ਹੀ ਉਹ ਫਿਰ ਫੀਲ ਕਰਦੇ ਆ ਕਿ ਜਿਹੜੀ ਲੜਕੀ ਆ ਉਹਨਾਂ ਤੋਂ ਵੀਕਰ ਸੈਕਸ਼ਨ ਮੰਨਦੇ ਨੇ ਤੇ ਉਹ ਸਾਰਾ ਜ਼ੋਰ ਉਹਦੇ ਤੇ ਅਜਮਾ ਦਿੰਦੇ ਆ, ਭਾਵੇਂ ਭੈਣ ਹੈ ਭਾਵੇਂ ਵਾਈਫ ਹੈ। ਤੇ ਉੱਥੇ ਇਹੀ ਗੱਲ ਆ ਜਾਂਦੀ ਹੈ ਕਿ ਪੜ੍ਹੇ ਲਿਖੇ ਸਮਾਜ ਨੂੰ ਔਰ ਸੁਚੇਤ ਕਰਨਾ ਲੜਕਿਆਂ ਨੂੰ ਬਹੁਤ ਜ਼ਰੂਰੀ ਹੈ। ਜਿੱਥੇ ਅਸੀਂ ਨਵੀਆਂ ਸਕੀਮਾਂ ਲਿਆਂਦੀਆਂ, ਆਪਾਂ ਬੇਟੀ ਬਚਾਓ ਬੇਟੀ ਪੜਾਓ ਦੀ ਗੱਲ ਕੀਤੀ, ਆਪਾਂ ਸਰਕਾਰ ਦੀ ਚਾਹੇ ਸੁਕੰਨਿਆ ਯੋਜਨਾ ਦੀ ਗੱਲ ਕਰੀਏ, ਚਾਹੇ ਭਰੂਣ ਹੱਤਿਆ ਨੂੰ ਰੋਕਣ ਦੀ ਗੱਲ ਕਰ ਦਈਏ, ਬਹੁਤ ਸਾਰੀਆਂ ਚੀਜ਼ਾਂ ਸਰਕਾਰ ਦੀ ਮੋਨੀਟਰਿੰਗ ਜਿਹੜੀ ਚੱਲ ਰਹੀ ਹੈ। ਧੰਨਵਾਦ ਕਰਦੇ ਹਾਂ ਸਮਾਜ ਸੇਵੀ ਸੰਸਥਾਵਾਂ ਦੀ, ਉਹ ਵੀ ਬਹੁਤ ਉਪਰਾਲੇ ਦੇ ਲਈ ਕਰ ਰਹੀਆਂ। ਬਿਲਕੁਲ ਮਾਪਿਆਂ ਨੂੰ ਲੈ ਕੇ ਕੀ ਖਾਸ ਤੌਰ ਤੇ ਜਿਹਨੇ ਬੱਚੀ ਨੂੰ ਬਰਥ ਦੇਣਾ, ਸਭ ਤੋਂ ਵੱਡੀ ਜ਼ਿੰਮੇਵਾਰੀ ਪਹਿਲਾਂ ਉਹਨਾਂ ਤੇ ਆ ਜਾਂਦੀ ਹੈ ਕਿ ਮਾਪਿਆਂ ਨੂੰ ਲੈ ਕੇ ਕੋਈ ਇਦਾਂ ਦੀ ਕਾਉਂਸਲਿੰਗ ਹੋ ਰਹੀ ਹੈ ਜਾਂ ਹੋਣੀ ਚਾਹੀਦੀ ਹੈ ਜਾਂ ਹੋ ਸਕਦੀ ਹੈ ਜਿਹਦੇ ਨਾਲ ਇਹ ਚੀਜ਼ ਨੂੰ ਅਸੀਂ ਹੋਰ ਵਧੀਆ ਤਰੀਕੇ ਨਾਲ ਸੁਧਾਰ ਸਕੀਏ। ਸਭ ਤੋਂ ਅੱਛਾ ਸਵਾਲ ਜੀ, ਇਹ ਸਭ ਤੋਂ ਅੱਛਾ। ਜਿਸ ਤਰ੍ਹਾਂ ਮੈਂ ਇੱਕ ਆਰਟੀਕਲ ਇਹ ਲਿਖਿਆ ਸੀ ਕਿ ਵਿਆਹ ਤੋਂ ਵੀ ਪਹਿਲੇ ਹੋਵੇ ਕਾਉਂਸਲਿੰਗ। ਕਈ ਵਾਰੀ ਕੀ ਹੁੰਦਾ ਹੈ, NRI ਆਉਂਦੇ ਨੇ, ਪਤਾ ਨਹੀਂ ਹੁੰਦਾ ਕਿ ਉਹ ਇੱਕ ਦਿਖਾ ਕੇ ਬਹੁਤ ਸਾਰਾ, ਤੇ ਬਹੁਤ ਸਾਰੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਅਨਪੜ੍ਹ ਲੜਕੇ ਨਾਲ ਵਿਆਹ ਕਰਾ ਕੇ ਚਲੀਆਂ ਨੇ। ਇਹ ਜਿਹੜੀ ਕਾਉਂਸਲਿੰਗ ਹੈ, ਇਸ ਤਰ੍ਹਾਂ ਦਾ ਮੇਰਾ ਆਪਣਾ ਇੱਕ ਵਿਚਾਰ ਹੈ ਕਿ ਇੱਕ ਸੈਂਟਰ ਖੋਲਿਆ ਜਾਏ ਜਿਸ ਚ ਪਹਿਲੇ ਮੈਂਟਲੀ ਪ੍ਰਿਪੇਅਰ ਕੀਤਾ ਜਾਏ। ਜਿਸ ਮਾਂ ਨੇ ਉਸ ਬੱਚੀ ਨੂੰ ਜਨਮ ਦੇਣਾ, ਉਸ ਦੇ ਪ੍ਰਤੀ ਉਹਦੀਆਂ ਕੋਈ ਜ਼ਿੰਮੇਵਾਰੀਆਂ ਨੇ ਔਰ ਕਿਸ ਤਰ੍ਹਾਂ ਉਸ ਬੱਚੀ ਨੂੰ ਇੱਕ ਦੇਸ਼ ਵਾਸਤੇ ਇੱਕ ਅੱਛਾ ਨਾਗਰਿਕ ਦੇਣਾ। ਜੀ, ਸਭ ਤੋਂ ਵੱਡੀ ਗੱਲ ਹੈ ਇੱਕ ਦੇਸ਼ ਦਾ, ਕਿਉਂਕਿ ਦੇਖੋ ਅੱਧੀ ਆਬਾਦੀ ਦਾ ਨਾਂ ਔਰਤ ਹੈ ਔਰ ਇਸ ਦਾ ਸਮਾਨ ਲਿਆਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਸਮਾਨਤਾ ਦੇ ਵਿੱਚ ਬਹੁਤ ਯੋਗਦਾਨ ਹੈ, ਜਿਸ ਦੀ ਨੀਂਹ ਜਿਹੜੀ ਹੈ ਇਹ ਬਾਲੜੀ ਰੱਖਦੀ ਹੈ। ਤੇ ਕੌਮੀ ਦਿਵਸ ਤੇ ਅਸੀਂ ਇਹੀ ਕਹਾਂਗੇ ਕਿ ਹਰ ਬਾਲੜੀ ਨੂੰ ਉਹਦੇ ਮਿਲਦੇ ਹੱਕ ਮਿਲਣੇ ਚਾਹੀਦੇ ਨੇ, ਚਾਹੇ ਉਹ ਪੋਸ਼ਣ ਦਾ ਹੈ, ਚਾਹੇ ਉਹਦਾ ਐਜੂਕੇਸ਼ਨ ਦਾ ਹੈ, ਚਾਹੇ ਉਹਦਾ ਬੋਲਣ ਦਾ ਹੱਕ ਹੈ। ਕਿਉਂਕਿ ਅਕਸਰ ਬੱਚੀ ਬੋਲਦੀ ਹੈ ਤੇ ਇਧਰ ਕਹਿ ਦਿੰਦੇ ਤੂੰ ਅੱਗੇ ਜਾ ਕੇ ਗੱਲ ਕਰ ਲੈ। ਇਹ ਪਰਾਇਆ, ਇਹ ਚੀਜ਼ਾਂ ਜਿਹੜੀਆਂ ਮਾਈਂਡ ਸੈਟ ਚੋਂ, ਮਾਂ ਚੋਂ ਇਹ ਨਿਕਲਣੀਆਂ ਚਾਹੀਦੀਆਂ ਕਿ ਜੇ ਦੋਨੋਂ ਘਰ ਤੇਰੇ ਨੇ, ਜਿਸ ਘਰ ਉਹ ਪੈਦਾ ਹੋਈ ਹੈ, ਜਿਸ ਇੱਕ ਘਰ ਚੋਂ ਨੇ ਜਨਮ ਲਿਆ, ਇੱਕ ਘਰ ਚੋਂ ਨੇ ਜਾ ਕੇ ਜਨਮ ਦੇਣਾ। ਇਸ ਕਰਕੇ ਇਹਨਾਂ ਦੋਨਾਂ ਚੀਜ਼ਾਂ ਨੂੰ ਉਹਨੂੰ ਮੈਂਟਲੀ ਪ੍ਰਿਪੇਅਰ ਕਰਨ, ਕਦੀ ਵੀ ਬਾਰ-ਬਾਰ ਇਸ ਚੀਜ਼ ਨੂੰ ਨਾ ਜਤਲਾਇਆ ਜਾਏ। ਬੱਚਿਆਂ ਵਾਸਤੇ ਇਹ ਬਹੁਤ ਇੱਕ ਛੋਟੀ ਜੀ ਨਾ ਸਹਿਮੀ ਹੋਈ ਗੱਲ ਹੁੰਦੀ ਹੈ। ਬਿਲਕੁਲ ਸਹੀ। ਇੱਕ ਗਜੋਜਿਕ ਚੀਜ਼ ਇਹ ਹੈ ਕਿ ਜਿਹੜੀ ਮੈਮ ਨੇ ਗੱਲ ਕੀਤੀ, ਉਹਦੇ ਨਾਲ ਖੂਬਸੂਰਤ ਚੀਜ਼ ਇਹ ਵੀ ਮੈਨੂੰ ਲੱਗਦਾ ਹੋਣੀ ਚਾਹੀਦੀ ਕਿ ਜਦੋਂ ਆਪਾਂ ਵਿਆਹ ਦੀ ਗੱਲ ਕਰਦੇ ਹਾਂ ਕਿ ਬੱਚੀ ਦਾ ਪਾਲਣ ਪੋਸ਼ਣ ਹੈ ਜਿਹੜਾ, ਜਾਂ ਦੀ ਅਸੀਂ ਜਿਹਨੂੰ ਗਰੂਮਿੰਗ ਕਹਿ ਦਿੰਦੇ ਆ, ਕਿ ਇਸ ਸਿਰਫ ਇਸ ਪਰਪਸ ਦੇ ਨਾਲ, ਇਸ ਮੰਤਵ ਦੇ ਨਾਲ ਹੋਣੀ ਚਾਹੀਦੀ ਹੈ ਕਿ ਕੱਲ ਨੂੰ ਇਹਨੂੰ ਚੰਗਾ ਮੁੰਡਾ ਮਿਲੂਗਾ, ਕਿ ਸਿਰਫ ਉਹਨੂੰ ਪੜਾਇਆ ਜਾਂ B.Ed ਜਾਂ M.Ed ਅਸੀਂ ਇਸੇ ਕਰਕੇ ਕਰਾਉਣੀ ਹੈ ਕਿ ਉਹ ਟੀਚਰ ਬਣੂਗੀ, 8 ਤੋਂ 2 ਦੀ ਜੌਬ ਕਰੂਗੀ, ਫਿਰ ਆਪਣੇ ਪਰਿਵਾਰ ਨੂੰ ਟਾਈਮ ਦੇਊਗੀ, ਕਿ ਸਿਰਫ ਇਹੀ ਮੰਤਵ ਸਾਡਾ ਹੋਣਾ ਚਾਹੀਦਾ? ਨਹੀਂ, ਇਹਦੇ ਚ ਇਹ ਮੰਤਵ ਹੋਣਾ ਚਾਹੀਦਾ ਹੈ ਕਿ ਉਹਦੀ ਜਿਹੜੀ ਸ਼ਖਸੀਅਤ ਹੈ ਨਾ, ਉਹ ਬਚਪਨ ਤੋਂ ਹੀ, ਪਹਿਲੇ ਦਿਨ ਤੋਂ, ਜਿੱਦਾਂ ਆਂਟੀ ਨੇ ਕਾਉਂਸਲਿੰਗ ਦੀ ਗੱਲ ਕੀਤੀ, ਉਹਨੂੰ ਬਚਪਨ ਤੋਂ ਹੀ ਕਾਉਂਸਲ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਕਈ ਪਰਿਵਾਰ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਮੈਂ ਦੇਖਿਆ ਮਾਂ-ਬਾਪ ਵਿਛੜ ਜਾਂਦੇ ਆ, ਉਹ ਬੱਚੇ ਆਉਂਦੇ ਆ ਜਾਂ ਨਾਰੀ ਨਿਕੇਤਨ ਆਉਂਦੇ ਆ, ਉਹਨਾਂ ਦੇ ਦਿਮਾਗ ਤੇ, ਕਿਉਂਕਿ ਉਹਨਾਂ ਨੇ ਬਚਪਨ 'ਚ ਇੰਨਾ ਕੁਝ ਦੇਖਿਆ ਹੁੰਦਾ ਨਾ, ਉਹਨਾਂ ਦੀ ਕਦੀ ਕੋਈ ਕਾਉਂਸਲਿੰਗ ਹੋਈ ਹੁੰਦੀ ਆ, ਉਹ ਉਹਨਾਂ ਦੀ ਸ਼ਖਸੀਅਤ ਦਾ ਇੱਕ ਹਿੱਸਾ ਬਣ ਜਾਂਦੇ ਔਰ ਉਹ ਅਖੀਰ ਤੱਕ ਉਹਨਾਂ ਨਾਲ ਰਹਿੰਦੀਆਂ, ਵਿਆਹ ਵੀ ਹੋ ਜਾਏ, ਕੁਝ ਵੀ ਹੋ ਜਾਏ। ਇਸ ਲਈ ਇਹ ਪਰਿਵਾਰ ਦੀ, ਮਾਂ-ਬਾਪ ਦੀ ਬਹੁਤ ਡਿਊਟੀ ਆ ਕਿ ਉਹਨਾਂ ਨੂੰ ਪੜ੍ਹਾਉਣ, ਲਿਖਾਉਣ ਔਰ ਇਸ ਲਾਇਕ ਬਣਾਉਣ ਕਿ ਉਹ ਕੱਲ ਨੂੰ ਬਿਲਕੁਲ ਸਮਾਜ ਖੜੀਆਂ ਹੋ ਸਕਣ, ਭਾਵੇਂ ਆਪਣੇ ਵਿਆਹ ਤੋਂ ਬਾਅਦ ਵੀ, ਵਿਆਹ ਤੋਂ ਪਹਿਲਾਂ ਵੀ ਉਹ ਹਰ ਗਲਤ ਗੱਲ ਤੇ ਆਵਾਜ਼ ਚੁੱਕਣ। ਇੱਕ ਹੋਰ ਬਦਲਾਅ ਜਿਹੜਾ ਸਮਾਜ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਚਾਹੇ ਅਸੀਂ ਸੁਨੀਤਾ ਵਿਲੀਅਮਸ ਦੀ ਗੱਲ ਕਰ ਲਈਏ, ਕਲਪਨਾ ਚਾਵਲਾ ਦੀ ਆਪਾਂ ਗੱਲ ਕਰ ਲਈਏ, ਬਹੁਤ ਨਾਮ, ਚਾਹੇ ਹੁਣ ਅਸੀਂ ਆਪਣੇ ਕ੍ਰਿਕਟ ਦੇ ਵਿੱਚ ਯੰਗ ਕੁੜੀਆਂ ਸਾਡੇ ਪੰਜਾਬ ਦੇ ਵਿੱਚੋਂ ਨਿਕਲ ਕੇ ਆ ਰਹੀਆਂ ਅੱਗੇ, ਹਨਾ, ਖੇਡਾਂ ਦੀ ਚਾਹੇ ਗੱਲ ਕਰ ਲਈਏ, ਆਰਮੀ, ਨੇਵੀ, ਕੁਝ ਵੀ ਆਪਾਂ ਸੈਗਮੈਂਟ ਇੱਕ ਛੋ ਲਈਏ, ਸਾਨੂੰ ਬਹੁਤ ਸਾਫ਼ ਹੋ ਚੁੱਕਾ ਹੈ ਕਿ ਧੀਆਂ ਹਰ ਖੇਤਰ 'ਚ ਅੱਗੇ ਆ ਰਹੀਆਂ। ਉਹਦੇ ਬਾਵਜੂਦ ਜਦੋਂ ਅਧਿਕਾਰਾਂ ਦੀ ਗੱਲ ਆਉਂਦੀ ਹੈ, ਬਰਾਬਰੀ ਦੀ ਗੱਲ ਆਉਂਦੀ ਹੈ, ਕਿ ਸਾਨੂੰ ਲੱਗਦਾ ਕਿ ਸਾਡੇ ਲਈ ਸੌਖਾ ਹੁੰਦਾ, ਅਸੀਂ ਹੌਕਾ ਨਹੀਂ ਭਰਦੇ ਉਹਨੂੰ ਬਰਾਬਰੀ ਦੇਣ ਲੱਗਿਆ, ਜਾਂ ਜਿਸ ਸੈਗਮੈਂਟ ਦੇ ਵਿੱਚੋਂ ਜਾ ਕੇ ਕੰਮ ਕਰਨਾ ਚਾਹੁੰਦੀਆਂ ਅਸੀਂ ਬੜੇ ਆਰਾਮ ਦੇ ਨਾਲ ਉਹਨੂੰ ਉਹਦੀ ਬਣਦੀ ਥਾਂ ਦੇ ਦਿੰਦੇ ਆ, ਜਾਂ ਥੋੜੀ ਤਕਲੀਫ ਮਹਿਸੂਸ ਕਰਦੇ ਆ ਅੱਜ ਵੀ? ਨਹੀਂ, ਮੈਂ ਅੱਜ ਇੱਕ ਬੜੀ ਖੁਸ਼ੀ ਮਹਿਸੂਸ ਕਰਦੀ ਹਾਂ ਜੀ। ਤੇ ਮੈਂ ਛੋਟੀ ਜਿਹੀ ਉਦਾਹਰਨ ਦਿੰਦੀ ਹਾਂ ਕਿ ਆਪਣੇ ਘਰਾਂ 'ਚ ਮੈਂ ਦੇਖ ਰਹੀ ਹਾਂ ਕਿ ਅੱਜ ਜਿਹੜੀਆਂ ਬੱਚੀਆਂ ਨੇ ਨਾ, ਉਹ ਪੂਰਾ ਆਪਣਾ ਹੱਕ ਬੜੇ ਰੋਬ ਨਾਲ ਲੈ ਰਹੀਆਂ। ਕਿਤੇ ਵੀ ਉਹਨਾਂ ਨੂੰ ਇੱਕ ਉਹ ਜੇ ਕਹਿੰਦੇ ਨਾ ਗ੍ਰਾਂਟ ਟੂ ਬੀ ਗ੍ਰਾਂਟਡ, ਉਹ ਨਹੀਂ ਲੈਣਾ ਪਸੰਦ ਕਰਦੀਆਂ, ਉਹ ਆਪਣਾ ਹੱਕ ਸਮਝਦੀਆਂ। ਔਰ ਜਦੋਂ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਏਗਾ ਵੀ ਇਹ ਸਾਡਾ ਹੱਕ ਹੈ, ਅਸੀਂ ਲੈਣਾ ਹੈ, ਤੇ ਤਦ ਬੱਚਿਆਂ 'ਚ, ਉਹ ਬੱਚਿਆਂ 'ਚ ਜਾਗਰੂਕਤਾ ਔਰ ਦੂਸਰੇ ਲੋਕ ਉਹ ਤੋਂ ਪ੍ਰੇਰਿਤ ਹੁੰਦੇ ਨੇ। ਬਿਲਕੁਲ ਸਹੀ। ਨਾਰੀ ਨਿਕੇਤਨ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਨਾਰੀ ਨਿਕੇਤਨ ਇੱਕ ਇੱਦਾਂ ਦੀ ਸੰਸਥਾ ਜਿਹੜੀ ਇਹੋ ਜਿਹੀਆਂ ਬੱਚੀਆਂ ਨੂੰ ਸਾਂਭਦੀ ਵੀ ਹੈ, ਪਾਲਦੀ, ਉੱਥੇ ਵਿਆਹ ਤੱਕ ਦੀ ਉਹਨਾਂ ਦੀ ਜ਼ਿੰਮੇਵਾਰੀ, ਤੇ ਉਸ ਤੋਂ ਬਾਅਦ ਵੀ ਕਨੈਕਸ਼ਨ ਤੁਹਾਡੇ ਨਾਲ ਉਹਨਾਂ ਦਾ ਬਣਿਆ ਰਹਿੰਦਾ। ਉੱਥੇ ਜੇ ਮੈਂ ਬੱਚਿਆਂ ਦੀ ਇਸ ਸਮੇਂ ਗੱਲ ਕਰਾਂ ਤਾਂ ਕਿਵੇਂ ਦਾ ਉਹਨਾਂ ਦੇ ਨਾਲ, ਤੁਹਾਡੇ ਨਾਲ ਇੰਟਰੈਕਸ਼ਨ ਹੈ, ਕਿਵੇਂ ਬੱਚਿਆਂ ਨੂੰ ਅੱਗੇ ਮੌਕੇ ਦਿੱਤੇ ਜਾ ਰਹੇ ਨੇ, ਕਿਹੋ ਜਿਹਾ ਉੱਥੇ ਮਾਹੌਲ ਉਹਨਾਂ ਨੂੰ ਪ੍ਰਦਾਨ ਕਰਨ ਦੀ, ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? ਨਾਰੀ ਨਿਕੇਤਨ 'ਚ ਬੱਚੇ ਇੱਕ ਸ਼ੈਲਟਰ ਹੋਮ ਵੀ ਹੈ ਜੀ,
ਅਨਾਥਾਲੇ ਤੋਂ ਇਲਾਵਾ ਇੱਕ ਸ਼ੈਲਟਰ ਹੋਮ ਵੀ ਹੈ। ਉੱਥੇ ਸਾਡੇ ਕੋਲ ਛੋਟੇ ਤੋਂ ਲੈ ਕੇ ਵੱਡੀਆਂ ਲੜਕੀਆਂ ਵੀ ਆਉਂਦੀਆਂ ਤੇ ਸਾਡੀ ਕੋਸ਼ਿਸ਼ ਹਮੇਸ਼ਾ ਹੀ ਹੁੰਦੀ ਆ ਕਿ ਅਸੀਂ ਪਹਿਲੇ ਦਿਨ ਤੋਂ ਉਹਨਾਂ ਦੀ ਕਾਉਂਸਲਿੰਗ ਕਰੀਏ। ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਇਹਨਾਂ ਨੂੰ ਨਾ ਇਹਨਾਂ ਦਾ ਜਿਹੜਾ ਪਿਛੋਕੜ ਆ ਇੱਕ ਤਾਂ ਉਹਦੇ ਤੋਂ ਬਾਹਰ ਕੱਢੀਏ, ਇੱਕ ਉਹਨਾਂ ਨੂੰ ਇਹ ਆਤਮ ਵਿਸ਼ਵਾਸ ਉਹਨਾਂ 'ਚ ਲਿਆਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਇਹ ਨਹੀਂ ਸੋਚੋ ਕਿ ਤੁਸੀਂ ਬਿਲਕੁਲ ਇੱਕ ਸਮਾਜ ਤੁਹਾਨੂੰ ਪਟਿਰਕਿਆ ਹੈ ਜਾਂ ਤੁਸੀਂ ਬਿਲਕੁਲ ਤੁਸੀਂ ਬਹੁਤ ਜ਼ਿਆਦਾ ਆਪਣੇ ਆਪ 'ਚ ਕੌਨਫੀਡੈਂਸ ਲਿਆਓ, ਆਤਮ ਵਿਸ਼ਵਾਸ ਲਿਆਓ, ਤੁਸੀਂ ਪੜ੍ਹੋ ਲਿਖੋ। ਔਰ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕਾਲਜ, ਹੁਣ ਸਾਡੀਆਂ ਲੜਕੀਆਂ ਕਾਲਜ ਪੜ੍ਹ ਰਹੀਆਂ ਜੀ, ਕਾਲਜ ਪੜ੍ਹੋ, ਆਪਣੇ ਪੈਰਾਂ ਤੇ ਖੜੇ ਹੋ ਔਰ ਫਿਰ ਤੁਸੀਂ ਦੇਖੋ ਕਿ ਤੁਹਾਨੂੰ ਉਹ ਬਿਲਕੁਲ ਇੱਕ ਡਿਫਰੈਂਟ ਲਾਈਫ ਹੈ ਤੁਹਾਡੇ ਲਈ। ਸਿਰਫ ਇਹ ਚੀਜ਼ ਦੀ ਹੁੰਦੀ ਹੈ ਕਿ ਆਪਣੇ 'ਚ ਆਤਮ ਵਿਸ਼ਵਾਸ ਲਿਆਓ, ਆਪਣੀ ਬਸ ਸੰਪੂਰਨਤਾ ਰੱਖੋ ਆਪਣੀ ਸ਼ਖਸੀਅਤ ਜੀ। ਇੱਕ ਯੋਗਦਾਨ ਜਿਹੜਾ ਨਾਰੀ ਨਿਕੇਤਨ ਦਾ ਪਾਇਆ ਜਾ ਰਿਹਾ, ਇਦਾਂ ਦੀ ਮਗਰ ਕੁਝ ਹੋਰ ਸੰਸਥਾਵਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂ, ਸਿਰਫ ਆਪਾਂ ਜਲੰਧਰ ਸ਼ਹਿਰ ਦੀ ਗੱਲ ਕਰ ਲਈਏ ਪ੍ਰਵੀਨ ਜੀ, ਤੁਸੀਂ ਸਮਾਜ ਦਾ ਹਿੱਸਾ ਆ। ਜਦੋਂ ਅਸੀਂ ਕਹਿੰਦੇ ਆ ਵੀ ਤਰੱਕੀ ਦੇ ਯੁੱਗ 'ਚ ਬੈਠੇ ਆ, ਸਾਇੰਸ ਦੇ ਯੁੱਗ 'ਚ ਬੈਠੇ ਆ, ਅਸੀਂ ਬਹੁਤ ਸਾਰੀਆਂ ਸਾਡੇ ਕੋਲ ਸਕੀਮਾਂ ਆ, ਬਹੁਤ ਸਾਰੀਆਂ ਸਾਡੇ ਕੋਲ ਲਾਭ ਆ, ਉਹਦੇ ਬਾਵਜੂਦ ਕਿਉਂ ਇਦਾਂ ਦੀਆਂ ਸੰਸਥਾਵਾਂ ਨੂੰ ਹੋਰ ਹੰਬਲੇ ਮਾਰਨੇ ਪੈ ਰਹੇ ਆ? ਬੇਟੀਆਂ ਨੂੰ ਖਾਸ ਤੌਰ ਤੇ ਸਾਂਭਣ ਦੇ ਲਈ, ਬਚਾਉਣ ਦੇ ਲਈ ਕਮੀਆਂ ਕਿੱਥੇ ਆ? ਸਮਾਜ ਦੇ ਵਿੱਚ, ਮਾਪਿਆਂ ਦੇ ਵਿੱਚ, ਸਾਡੀ ਸੋਚ ਦੇ ਵਿੱਚ ਕਿੱਥੇ ਕਮੀ ਬੈਠੀ ਹੈ? ਸਭ ਤੋਂ ਪਹਿਲੇ ਸਮਾਜ ਤੋਂ ਡਰਦੇ ਆ ਮਾਪਿਆਂ ਦੀ ਸੋਚ ਵਿੱਚ। ਪਿੱਛੇ ਜੇ ਨਾਰੀ ਨਿਕੇਤਨ ਦੇ ਵਿੱਚ ਇੱਕ ਤੀਸਰੀ ਬੱਚੀ ਜਦੋਂ ਹੋਈ ਤੇ ਉਸ ਨੂੰ ਝੂਲੇ 'ਚ ਛੱਡ ਗਏ ਸੀ। ਗੁਰਜੋਤ ਪਤਾ ਹੋਣਾ ਤੁਹਾਨੂੰ, ਤੇ ਇਹਦੇ ਬਾਰੇ ਸਾਡੀ ਡਿਸਕਸ਼ਨ ਵੀ ਹੋਈ ਸੀ। तो ਛੱਡ ਗਏ ਤੇ ਬਾਅਦ ਦੇ ਵਿੱਚ 1 ਜਾਂ 2 ਦਿਨ ਬਾਅਦ ਜਦੋਂ ਮਾਂ ਕੋਲੋਂ ਮਾਂ ਦੀ ਮਮਤਾ ਜਾਗੀ, ਉਹਦੇ ਕੋਲ ਨਹੀਂ ਰਿਹਾ ਗਿਆ ਤੇ ਉਹਨਾਂ ਨੇ ਫਿਰ ਫੋਨ ਕੀਤਾ ਔਰ ਉੱਥੋਂ ਦੇ ਜਿਹੜੇ ਸੰਚਾਲਕ ਨੇ ਉਹਨਾਂ ਨੇ ਪੂਰੀ ਮੈਨੂੰ ਡਿਟੇਲ ਦੱਸੀ ਕਿ ਅਸੀਂ ਉਹ ਬੱਚੀ ਨੂੰ ਵਾਪਸ ਦੇ ਦਿੱਤੀ ਗਈ, ਪੂਰੇ ਆਪਣੇ ਰੂਲਸ ਰੈਗੂਲੇਸ਼ਨ, ਪਰ ਉਸ ਤੋਂ ਬਾਅਦ ਉਹਦੀ ਰੋਜ਼ ਚੈਕਿੰਗ ਹੁੰਦੀ ਸੀ, ਵੀਡੀਓ ਕਾਲ ਤੇ ਦੇਖੀ ਜਾਂਦੀ ਸੀ ਕਿ ਕਿਤੇ ਅੱਗੇ ਤਾਂ ਨਹੀਂ ਕਿਸੇ ਨੇ ਦਿੱਤੀ। ਸਵਾਲ ਇਸ ਗੱਲ ਦਾ ਕਿ ਇਹ ਚੀਜ਼ ਤੋਂ ਡਰਦੇ ਆ, ਪਰ ਜਦੋਂ ਇੱਕ ਮਾਂ ਉੱਠ ਜਾਂਦੀ ਹੈ ਕਿ ਮੈਂ ਵੀ ਦੇਖਿਆ ਕਿ ਇੱਕ ਬੇਟੀ ਜਦੋਂ ਬਾਹਰ ਪਾ ਦਿੱਤੀ ਕਿ ਜੇ ਤੁਸੀਂ ਇਸ ਬੇਟੀ ਨੂੰ ਰੱਖਣਾ ਤੇ ਤੂੰ ਨਹੀਂ ਰਹੇਗੀ, ਉਹ ਬੇਟੀ ਠੰਡ 'ਚ ਪਈ ਰਹੀ ਔਰ ਸਵੇਰੇ ਉਹ ਬੇਟੀ ਨਹੀਂ ਮਰੀ ਤੇ ਉਹਨੇ ਕਿਹਾ ਜੇ ਮੌਤ ਤੋਂ ਨਹੀਂ ਰਹੀ ਤੇ ਮੈਂ ਬੇਟੀ ਨੂੰ ਪਾਲਣ ਤੋਂ ਕਿਉਂ ਡਰਾਂਗੀ? ਇਸ ਕਰਕੇ ਅੱਜ ਮਾਂ-ਬਾਪ ਬਦਲ ਰਹੇ ਨੇ। ਅੱਜ ਮਾਂ-ਬਾਪ ਇੱਕ ਬੇਟੀ ਤੇ ਹੁਣ ਤੋਂ ਬਾਅਦ ਦੂਸਰਾ ਬੱਚਾ ਨਹੀਂ ਚਾਹ ਰਹੇ। ਬਿਲਕੁਲ, ਉਹ ਚਾਹੁੰਦੇ ਨੇ ਕਿ ਇਸ ਬੇਟੀ ਨੂੰ ਪੜਾ ਕੇ ਕਿਸੇ ਮੁਕਾਮ ਤੇ ਪਹੁੰਚਾਇਆ ਜਾਏ, ਇਹੀ ਸਾਡੀ ਜ਼ਿੰਦਗੀ। ਕਿਉਂਕਿ ਸਮਾਜ ਦਾ ਗੁਰਜੋਤ ਜੀ ਇੱਕ ਹਿੱਸਾ ਇਹ ਵੀ ਹੈ ਜਿਹੜਾ ਇਹ ਚਾਹੁੰਦਾ ਕਿ ਜਦੋਂ ਉਹਨਾਂ ਦੇ ਮੰਨ ਲਓ ਦੂਜੀ ਜਾਂ ਤੀਜੀ ਬੱਚੀ ਹੋ ਜਾਂਦੀ ਤਾਂ ਉਹ ਯੂਨੀਕ ਹੋਮ ਹੈ ਜਾਂ ਆਪਣਾ ਨਾਰੀ ਨਿਕੇਤਨ ਦਾ ਸ਼ੈਲਟਰ ਦੇ ਵਿੱਚ ਪਾ ਜਾਂਦੇ ਆ। ਪਰ ਇੱਕ ਅਗਲਾ ਹੋਰ ਇਹਦਾ ਪਹਿਲੂ ਉਹ ਵੀ ਹੈ ਕਿ ਜਦੋਂ ਅਸੀਂ ਕਿਸੇ ਨੂੰ ਬੱਚਾ ਅਡਾਪਟ ਕਰਨ ਲਈ ਕਹਿੰਦੇ ਆ, ਤੁਹਾਡਾ ਤਾਂ ਬਹੁਤ ਨਜ਼ਦੀਕ ਦਾ ਵਾਸਤਾ ਪੈਂਦਾ ਸੀ ਨਾਲ, ਫਿਰ ਸਾਨੂੰ ਬੱਚੀ ਕਿਉਂ ਚਾਹੀਦੀ, ਉਦੋਂ ਬੇਟੀ ਹੀ ਕਿਉਂ ਚਾਹੀਦੀ ਉਦੋਂ ਅਡਾਪਸ਼ਨ ਦੇ? ਉਹਦੇ 'ਚ ਉਹੀ ਫਰਕ ਆ ਜਾਂਦਾ ਹੈ, ਜਿਹੜਾ ਵਰਗ ਸਮਾਜ ਦਾ ਸੁਚੇਤ ਹੈ ਨਾ ਉਹਨੂੰ ਬੇਟੀ ਹੀ ਚਾਹੀਦੀ ਹੈ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸੂਗੀ, ਮੈਨੂੰ ਹੈਰਾਨੀ ਹੁੰਦੀ ਆ ਦੇਖ ਕੇ ਕਿ ਆਪਣੇ ਭਾਰਤ ਦੇ ਲੋਕਾਂ ਨਾਲੋਂ ਬਾਹਰਲੇ ਲੋਕ ਆ ਜਿਹੜੇ ਉਹ ਆ ਕੇ ਉਹਨਾਂ ਨੇ ਅਡਾਪਸ਼ਨ ਦੇ ਵਿੱਚ ਸਿਲੈਕਟਿਵ ਬੇਟੀਆਂ ਕਰਦੇ ਆ। ਔਰ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਹੋਰ ਗੱਲ ਕਹੂੰਗੀ ਕਿ ਸਾਡੇ ਜਿਹੜੀ ਭਾਰਤੀ ਲੋਕਾਂ ਦੀ ਮੈਂਟੈਲਿਟੀ ਆ ਨਾ ਕਿ ਗੋਰਾ ਬੱਚਾ ਹੋਏ, ਜ਼ਿਆਦਾ ਸੋਨਾ ਬੱਚਾ ਹੋਏ, ਉਹ ਅਕਸਰ ਮੈਂ ਦੇਖਿਆ ਹੈ ਕਿਉਂਕਿ ਕਾਰਾ ਵੈਬਸਾਈਟ ਵੱਲੋਂ ਸਾਨੂੰ ਅਲਾਟ ਹੁੰਦੇ ਆ ਬੱਚੇ ਆਪਣੀ ਗਵਰਨਮੈਂਟ ਵੱਲੋਂ ਕਿ ਤੁਸੀਂ ਇਹ ਬੱਚਿਆਂ ਨੂੰ ਅਡਾਪਟ ਕਰਾਣਾ ਹੈ। ਤੇ ਇੰਡੀਅਨਸ ਦੀ ਮੈਂ ਮੈਂਟੈਲਿਟੀ ਦੇਖੀ ਆ, ਉਹ ਕੋਸ਼ਿਸ਼ ਕਰਦੇ ਆ ਸੋਨਾ ਬੱਚਾ ਲਈਏ, ਪਰ ਜਿਹੜੇ ਬਾਹਰਲੇ ਮੁਲਕਾਂ ਦੇ ਲੋਕ ਹੈ ਕਿਉਂਕਿ ਉਹਨਾਂ ਦਾ ਜਿਹੜਾ ਸਮਾਜ ਮੈਂ ਸੋਚਦੀ ਹਾਂ ਉਹ ਬਿਲਕੁਲ ਇਸ ਚੀਜ਼ ਨੂੰ ਨਹੀਂ ਕਰਦਾ ਲੜਕੇ ਲੜਕੀ ਨੂੰ। ਉਹ ਫੋਰਨਰ ਜਿਹੜੇ ਨੇ ਉਹ ਆ ਕੇ ਜ਼ਰੂਰ ਬੱਚਾ ਲੈਣਗੇ ਜਿਹੜਾ ਕੋਈ ਬਹੁਤ ਸੋਨਾ ਨਹੀਂ, ਸਾਡੇ ਅਕੋਰਡਿੰਗ ਬਹੁਤ ਸੋਨਾ ਨਹੀਂ ਹੁੰਦਾ, ਇਸ ਲਈ ਇਹ ਉਹਨਾਂ ਦੀ ਬਹੁਤ ਵੱਡੀ ਗੱਲ ਲੱਗਦੀ ਕਿਉਂਕਿ ਇਹ ਤਾਂ ਹੀ ਆਉਂਦਾ ਕਿਉਂਕਿ ਉਹਨਾਂ ਦਾ ਸਮਾਜ ਬਹੁਤ ਖੁੱਲੀ ਸੋਚ ਵਾਲਾ। ਸਾਨੂੰ ਇਹ ਚੀਜ਼ ਲਿਆਣੀ ਪਏਗੀ ਇੱਥੇ। ਮੇਰੀ ਤਾਂ ਇਹ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਉੱਥੇ ਜਿਹੜੀ ਲੜਕੀ ਆ ਗਈ ਮੈਂ ਉਹਨੂੰ ਇਹੀ ਕਹਿੰਦੀ ਹਾਂ ਕਿ ਕੱਲ ਨੂੰ ਤੇਰਾ ਵਿਆਹ ਹੋਣਾ, ਤੂੰ ਜਾਣਾ, ਤੂੰ ਡਟ ਕੇ ਲੜਨਾ। ਇਵਨ ਸਕੂਲ ਵੀ ਉਹ ਸ਼ਿਕਾਇਤ ਕਰੂਗੀ ਜੀ ਆ ਹੋਇਆ, ਮੈਂ ਕਹੂੰਗੀ ਤੂੰ ਜਵਾਬ ਕਿਉਂ ਨਹੀਂ ਦਿੱਤਾ, ਤੂੰ ਵਾਪਸ ਉਹਦੇ ਨਾਲ ਗੱਲ ਕੀਤੀ। ਮਤਲਬ ਆਪਣੇ ਹੌਲੀ 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 ਛੋਟੇ ਛੋਟੇ ਕਦਮਾਂ ਨਾਲ ਆਪਣੇ ਪੈਰਾਂ ਤੇ ਖੜੇ ਹੋ। ਬਿਲਕੁਲ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇੱਕ ਇੱਕ ਕਦਮ ਜਿਹੜਾ ਤੁਹਾਨੂੰ ਅੱਗੇ ਤੱਕ ਲੈ ਕੇ ਜਾਂਦਾ। ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ ਕਿ 26 ਜਨਵਰੀ ਸਾਡਾ ਗਣਤੰਤਰ ਦਿਵਸ ਬਹੁਤ ਨੇੜੇ ਆ। ਇਸ ਵਾਰ ਦਾ ਜਿਹੜਾ ਉਹਦਾ ਥੀਮ ਹੈ ਉਹ ਵੀ ਸਾਡੀਆਂ ਧੀਆਂ ਨੂੰ ਸਮਰਪਿਤ ਕੀਤਾ ਗਿਆ। ਕੀ ਕਾਰਨ ਹੈ ਪ੍ਰਵੀਨ ਜੀ ਉਹਦਾ? ਉਹਦਾ ਫਿਰ ਇਹੀ ਕਾਰਨ ਕਿ ਜੇ ਬਾਲੜੀ ਦਿਵਸ ਦਾ ਅੱਜ ਅਸੀਂ ਗੱਲ ਕਰ ਰਹੇ ਹਾਂ ਤੇ ਬਾਲੜੀਆਂ ਨੂੰ ਉਸ ਮੁਕਾਮ ਤੇ ਪਹੁੰਚਾਉਣਾ ਹੈ ਜਿਸ ਦੀਆਂ ਉਹ ਹੱਕਦਾਰ ਨੇ, ਉਹਨਾਂ ਨੂੰ ਉਹ ਸਾਰੀਆਂ ਰਾਈਟਸ ਦੇਣੇ ਨੇ ਜਿਹਦੀਆਂ ਉਹ ਹੱਕਦਾਰ ਨੇ, ਉਹਨਾਂ ਦੇ ਵਿੱਚ ਭੇਦਭਾਵ ਖਤਮ ਕਰਨਾ ਹੈ, ਕਿਤੇ ਭਰੂਣ ਹੱਤਿਆ ਦੂਰ ਤੱਕ ਵੀ ਪਰਛਾਵਾਂ ਨਾ ਪਵੇ ਜੀ। ਇਸ ਚੀਜ਼ਾਂ ਵਾਸਤੇ ਉਹਨਾਂ ਨੇ 26 ਜਨਵਰੀ ਨੂੰ ਇਸ ਸਮਰਪਿਤ ਦਿਨ ਕੀਤਾ ਹੈ ਬੇਟੀਆਂ ਵਾਸਤੇ ਕਿ ਬੇਟੀ ਜਿਹੜੀ ਹੈ ਤਾਂ ਕੱਲ ਹੈ, ਬੇਟੀ ਸ੍ਰਿਸ਼ਟੀ ਦੀ ਰਚਿਤਾ ਹੈ ਜੀ। ਇਸ ਕਰਕੇ ਬੇਟੀ ਸਭ ਤੋਂ ਅਨਮੋਲ ਤੋਹਫਾ ਹੈ ਜਿਸ ਦੇ ਬਾਰੇ ਅਸੀਂ ਇਹ ਸੋਚਦੇ ਹਾਂ ਜੀ। ਔਰ ਜੇ ਬੇਟੀ ਨਹੀਂ ਹੈ ਤਾਂ ਤੁਸੀਂ ਸਮਾਜ ਕਿੱਦਾਂ ਚਲਾਓਗੇ, ਤੁਸੀਂ ਦੇਸ਼ ਕਿੱਦਾਂ ਚਲਾਓਗੇ? ਇਸ ਕਰਕੇ ਇਹ ਦਿਨ ਜਿਹੜਾ ਹੈ ਸਾਡਾ 26 ਜਨਵਰੀ ਨੂੰ ਧੀਆਂ ਨੂੰ ਸਮਰਪਿਤ ਹੈ।
ਭਰੂਣ ਹੱਤਿਆ ਦੀ ਆਪਣੀ ਗੱਲ ਚੱਲੀ ਵਿੱਚ ਪ੍ਰਵੀਨ ਜੀ ਨੇ ਜ਼ਿਕਰ ਕੀਤਾ ਉਸ ਗੱਲ ਦਾ। ਜੇ ਮੈਂ ਅੱਜ ਦੇ ਸਮੇਂ ਦੀ ਗੱਲ ਕਰਾਂ ਗੁਰਜੋਤ ਜੀ, ਕੀ ਤੁਹਾਨੂੰ ਲੱਗਦਾ ਕਿ ਹਜੇ ਵੀ ਅਸੀਂ ਉਸ ਦੌਰ ਦੇ ਵਿੱਚ ਹੈਗੇ ਆ ਜਿਹਦੇ ਵਿੱਚ ਭਰੂਣ ਹੱਤਿਆ ਵਰਗੇ ਜਿਹੜੇ ਸ਼ਬਦ ਨੇ ਸਾਡੇ ਸਮਾਜ ਦਾ ਹਿੱਸਾ ਹੈਗੇ ਆ ਨਵਜੋਤ ਜੀ? ਜੀ, ਹੁਣ ਇਹ ਹੋ ਚੁੱਕਾ ਹੈ ਕਿ ਜਿਹੜੇ ਲੋਕ ਉਹੀ ਗੱਲ ਆ ਗਈ ਬਹੁਤ ਅਵੇਅਰ ਨੇ, ਉਹ ਤੇ ਬਹੁਤ ਖੁਸ਼ ਹੁੰਦੇ ਨੇ ਬੇਟੀ ਆ ਬੇਟੀ ਹੋਈ, ਪਰ ਕਈ ਜਿਹੜੇ ਨੇ ਨਾ ਉਹ ਹਜੇ ਵੀ ਭਰੂਣ ਹੱਤਿਆ ਕਰ ਰਹੇ ਨੇ। ਅਸੀਂ ਰੋਜ਼ ਖਬਰਾਂ ਵੀ ਸੁਣਦੇ ਆ, ਅਬੈਂਡਨ ਕਰ ਰਹੇ ਨੇ ਬੱਚਿਆਂ ਨੂੰ। ਇਹ ਹੌਲੀ ਹੌਲੀ ਉਹੀ ਗੱਲ ਆ ਜਾਂਦੀ ਹੈ, ਜਿਹੜੇ ਪਿਛੜੇ ਵਰਗ ਨੇ ਥੋੜੇ, ਸਾਨੂੰ ਉਹਨਾਂ ਨੂੰ ਬਹੁਤ ਜਾਗਰੂਕ ਕਰਨਾ ਪਏਗਾ, ਕਿਉਂਕਿ ਉਹ ਸੋਚਦੇ ਨੇ ਕਿ ਕੱਲ ਨੂੰ ਬੇਟੀ ਹੋ ਗਈ। ਹੁਣ ਇਹਦੇ 'ਚ ਇੱਕ ਹੋਰ ਕਾਰਨ ਆਉਂਦਾ ਹੈ, ਜਿਹੜੇ ਵਿਚਾਰੇ ਮਾਂ-ਬਾਪ ਜਿਨ੍ਹਾਂ ਨੇ ਮਜ਼ਦੂਰੀ ਕਰਨ ਜਾਣਾ ਹੈ, ਘਰੋਂ ਨਿਕਲਣਾ ਹੈ, ਉਹ ਆਪਣੀਆਂ ਬੇਟੀਆਂ ਨੂੰ ਬੱਚਿਆਂ ਨੂੰ ਘਰ ਇੱਦਾਂ ਹੀ ਛੱਡ ਜਾਂਦੇ ਨੇ। ਪਰ ਉਹ ਸਮਾਜ ਦੀ ਮਾਨਸਿਕਤਾ ਹੀ ਇੰਨੀ ਗੰਦੀ ਆ ਕਿ ਉਹ ਛੋਟੀ ਛੋਟੀ ਬੱਚੀਆਂ ਨੂੰ ਵੀ ਨਹੀਂ ਛੱਡਦੇ। ਸਭ ਤੋਂ ਵੱਡਾ ਕਾਰਨ ਇਸ ਲਈ ਉਹ ਮਾਂ-ਬਾਪ ਜਿਹੜੇ ਆ ਨਾ, ਉਹ ਇਹ ਸੋਚ ਤੋਂ ਡਰਦੇ ਆ ਕਿ ਸਾਡੀ ਬੇਟੀ ਹੋ ਗਈ, ਕੱਲ ਨੂੰ ਅਸੀਂ ਕੀ ਕਰਾਂਗੇ, ਬਦਨਾਮੀ ਹੋਊਗੀ। ਮਤਲਬ ਇਹ ਚੀਜ਼ਾਂ ਤਾਂ ਹੀ ਆਉਂਗੀਆਂ ਜੇ ਸਾਰੇ ਜਾਗਰੂਕ ਹੋ ਗਏ, ਬੇਟਿਆਂ ਨੂੰ ਸਿੱਖਿਆ ਦਿੱਤੀ ਜਾਊਗੀ। ਜਦੋਂ ਆਪਾਂ ਪਿੰਡਾਂ ਤੇ ਸ਼ਹਿਰਾਂ ਦੀ ਕੈਲਕੂਲੇਸ਼ਨ ਕਰਨ ਦੀ ਗੱਲ ਕਰਦੇ, ਇੱਕ ਤਾਂ ਪਹਿਲੂ ਇਹ ਜੋ ਗੁਰਜੋਤ ਜੀ ਨੇ ਗੱਲ ਕੀਤਾ ਕਿ ਜਦੋਂ ਵੀ ਅਸੀਂ ਉਸ ਚੀਜ਼ ਦੇ ਉੱਤੇ ਗੱਲ ਕਰਦੇ ਆ ਕਿ ਸਾਡੀਆਂ ਧੀਆਂ ਕਿਤੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ, ਨਾਲ ਦੀ ਨਾਲ ਹੁਣ ਅਸੀਂ ਥੋੜਾ ਜਿਹਾ ਇਸ ਸੋਸਾਇਟੀ ਨੂੰ ਉਹਦੇ ਹੱਲ ਦੇ ਵੱਲ ਵੀ ਆਉਣਾ, ਕਿਉਂਕਿ ਸਮਾਂ ਬਹੁਤ ਘੱਟ ਹੈ, ਕਿ ਅਸੀਂ ਕਿਹੋ ਜਿਹੇ ਉਪਰਾਲੇ ਸਾਨੂੰ ਕਰਨੇ ਚਾਹੀਦੇ, ਕਿਹੋ ਜਿਹੀ ਸੋਚ ਸਾਨੂੰ ਰੱਖਣੀ ਚਾਹੀਦੀ ਹੈ ਤਾਂ ਕਿ ਅਸੀਂ ਧੀਆਂ ਨੂੰ ਇੱਕ ਜਿਹੜਾ ਸਨਮਾਨਯੋਗ ਜਗ੍ਹਾ ਜਿਹੜੀ ਆ, ਦਰਜਾ ਜਿਹੜਾ ਉਹ ਸਮਾਜ ਦੇ ਵਿੱਚ ਦੇ ਸਕੀਏ। ਦੇਖੋ, ਜੇ ਤਾਂ ਆਪਾਂ ਮੌਲਿਕ ਅਧਿਕਾਰਾਂ ਦੀ ਗੱਲ ਕਰੀਏ ਜਾਂ ਸੰਵਿਧਾਨ ਦੀ ਕਰੀਏ, ਤੇ ਸਾਡੇ ਬਿਨਾਂ ਲਿੰਗ ਭੇਦ ਤੋਂ ਸਾਰੇ ਅਧਿਕਾਰ ਨੇ। ਇਹ ਕਿਤੇ ਸਮਾਜਿਕ ਅਧਿਕਾਰਾਂ ਦੀ ਕਮੀ ਹੈ, ਕਿਤੇ ਆਰਥਿਕਤਾ ਦੀ ਕਮੀ ਹੈ। ਜੇ ਇਹ ਚੀਜ਼ਾਂ ਥੋੜੀਆਂ ਜੇ ਇੰਪਰੂਵ ਹੋ ਜਾਣ, ਸਮਾਜਿਕ ਦਾਇਰੇ ਦੀ ਸੋਚ ਬਦਲ ਜਾਏ ਜਿਹੜੀ ਬਦਲ ਰਹੀ ਹੈ, ਔਰ ਥੋੜੀ ਕਮੀ ਹੈ, ਉਹੀ ਦੇਸ਼ ਜ਼ਿਆਦਾ ਵਿਕਸਿਤ ਹੋ ਰਹੇ ਨੇ ਜਿੱਥੇ ਲਿੰਗ ਭੇਦ ਨਹੀਂ ਹੈ। ਜੇ ਸਾਡੇ ਦੇ ਦੇਖੋ, ਕਦੀ ਅਸੀਂ ਇਹ ਦੇਖਿਆ ਕਿ ਕਿਸੇ ਨੇ 3 ਬੇਟਿਆਂ ਤੋਂ ਬਾਅਦ ਟੈਸਟ ਕਰਾਇਆ, ਬੇਟੀਆਂ ਤੋਂ ਬਾਅਦ ਹੀ ਕਿਉਂ ਕਰਾਉਂਦੇ? ਇਹਦਾ ਮਤਲਬ ਅਜੇ ਵੀ ਸਾਡੀ ਸੋਚ ਇਸ ਨੂੰ ਸੰਭਾਲਣ ਵਾਸਤੇ ਵੱਧ ਤੋਂ ਵੱਧ ਸਾਡੇ ਤੁਹਾਡੇ ਵਰਗਿਆਂ ਨੂੰ, ਜਿਹੜੇ ਉਹ ਵਰਗ ਨੇ ਜਿੱਥੇ ਉਹਨਾਂ ਦੀ ਇਹੀ ਸੋਚ ਹੈ ਕਿ ਬੇਟਾ ਸਾਨੂੰ ਕੱਲ ਨੂੰ ਰੱਖੇਗਾ, ਬੇਟੀ ਨਹੀਂ ਸੰਭਾਲੇਗਾ ਸਾਨੂੰ, ਬੇਟੀ ਬੋਝ ਹੈ, ਇਹ ਕੰਜ਼ਿਊਮਰ ਹੈ, ਇਹ ਪ੍ਰੋਡਕਟਿਵ ਹੈ। ਇਹ ਚੀਜ਼ਾਂ ਦਾ ਜਦ ਦਿਮਾਗ ਚ ਨਿਕਲ, ਸਭ ਤੋਂ ਵੱਡੀ ਗੱਲ ਤਾਂ ਬੱਚਾ 1 ਜਾਂ 2 ਕਰਨ, ਇਹਦੇ ਨਾਲ ਵੀ ਸੋਚ। ਕਿਉਂਕਿ ਜਦੋਂ 4 ਬੇਟੀਆਂ ਕਰ ਲੈਂਦੇ ਨੇ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ 5 ਭੈਣਾਂ ਨੂੰ ਇੱਕ ਭਰਾ ਦੇ ਦੇਗਾ, ਉਹ ਭਰਾ ਕਿਹਨੂੰ ਸੰਭਾਲਦਾ ਰਹੇਗਾ? ਉਹ ਹਮੇਸ਼ਾ ਸਾਡੀ ਸੋਸਾਇਟੀ 'ਚ ਕਿਉਂ ਕਲੇਸ਼ ਪੈਦਾ ਹੁੰਦੇ? ਇਹ ਛੋਟੀਆਂ ਸੋਚ ਕਰ, ਇਹ ਸੋਚ ਨੂੰ ਬਦਲਣ ਵਾਸਤੇ ਜਿਹੜਾ ਵਰਗ ਹਮੇਸ਼ਾ ਹੀ ਸਮਾਜ ਦਾ ਕੋਈ ਨਾ ਕੋਈ NGO, ਕੋਈ ਸਮਾਜ ਸੁਧਾਰਕ ਵਰਗ ਜਿਹੜਾ ਅੱਗੇ ਲੱਗਦਾ ਰਿਹਾ, ਹੁਣ ਵੀ ਕਰ ਰਿਹਾ ਹੈ, ਔਰ ਕੋਸ਼ਿਸ਼ ਹੈ ਵੀ ਅਸੀਂ ਛੇਤੀ ਹੰਬਲਾ ਮਾਰਾਂਗੇ ਤੇ ਇਹ ਸਫਲਤਾ ਨੂੰ ਜ਼ਰੂਰ ਪ੍ਰਾਪਤ ਕਰਾਂਗੇ ਕਿ ਸਾਡੀ ਬੇਟੀਆਂ ਨੂੰ ਉਹਨਾਂ ਦਾ ਮਿਲਦਾ ਹੱਕ, ਉਹਨਾਂ ਦਾ ਮਿਲਦਾ ਸਨਮਾਨ ਜ਼ਰੂਰ ਮਿਲੇ। ਗੁਰਜੋਤ ਜੀ, ਇੱਕ ਧੀ ਹੋਣ ਦੇ ਨਾਤੇ, ਨਾਰੀ ਨਿਕੇਤਨ ਦੇ ਵਿੱਚ ਇੱਕ ਟਰਸਟੀ ਹੋਣ ਦੇ ਨਾਤੇ, ਇੱਕ ਸਕਸੈਸਫੁਲ ਬਿਜ਼ਨਸ ਵੂਮਨ ਹੋਣ ਦੇ ਨਾਤੇ, ਸਾਡੀਆਂ ਧੀਆਂ ਜੋ ਪ੍ਰੋਗਰਾਮ ਦੇਖ ਰਹੇ, ਉਹਨਾਂ ਦੇ ਮਾਪੇ ਸਾਡਾ ਪ੍ਰੋਗਰਾਮ ਦੇਖ ਰਹੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਸਾਨੂੰ ਇੱਕ ਤੁਹਾਡੇ ਜ਼ਰੀਏ ਇੱਕ ਜਿਹੜਾ ਮੈਸੇਜ ਉਹਨਾਂ ਨੂੰ ਜ਼ਰੂਰ ਜਾਏ। ਮੈਂ ਇਨ ਸ਼ਾਰਟ ਇਹੀ ਕਹੂੰਗੀ, ਬੇਟੀ ਬਚਾਓ, ਬੇਟੀ ਪੜਾਓ ਤੇ ਬੇਟੇ ਨੂੰ ਸਮਝਾਓ। ਬੇਟਿਆਂ ਨੂੰ ਸਮਝਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਉਹਨਾਂ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ, ਤਾਂ ਹੀ ਸਾਡੇ ਸਮਾਜ ਇੱਕ ਸੰਪੂਰਨ ਸਮਾਜ ਬਣੇਗਾ ਤੇ ਲੜਕੀਆਂ, ਸਾਡੀਆਂ ਬੇਟੀਆਂ ਉਹ ਖੁੱਲੇ ਆਸਮਾਨ ਸਾਹ ਲੈ ਸਕਣਗੀਆਂ। ਜੀ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਆ ਸਮਾਜ ਦੀ, ਤਾਂ ਸਮਾਜ ਦੇ ਵਿੱਚ ਜ਼ਰੂਰੀ ਹੈ ਕਿ ਅਸੀਂ ਜਿੱਥੇ ਬੱਚੀਆਂ ਨੂੰ ਉਹਨਾਂ ਦਾ ਬਣਦਾ ਸਨਮਾਨ ਦਾ ਦਰਜਾ ਦੇਣਾ, ਉੱਥੇ ਨਾਲ ਦੀ ਨਾਲ ਉਹਨਾਂ ਨੂੰ ਅਸੀਂ ਬੱਚੇ ਆਪਣੇ ਜਿਹੜੇ ਬੇਟੇ ਨੇ ਸਾਡੇ, ਉਹਨਾਂ ਨੂੰ ਵੀ ਇਹ ਸਮਝਾਉਣਾ ਕਿ ਬੱਚੀਆਂ ਦਾ ਸਨਮਾਨ ਉਨਾ ਹੀ ਜ਼ਰੂਰੀ ਹੈ। ਸੋ ਜਿੰਨੀਆਂ ਸਾਡੀਆਂ ਬੱਚੀਆਂ ਨੇ, ਧੀਆਂ ਨੇ, DD ਪੰਜਾਬੀ ਦੇ ਸਮਝ ਤੋਂ ਰਾਸ਼ਟਰੀ ਬਾਲੜੀ ਦਿਵਸ ਦੀਆਂ ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ। ਆਪਣੀ ਬੱਚੀਆਂ ਦਾ ਧਿਆਨ ਰੱਖੋ, ਸਤਿਕਾਰ ਕਰੋ ਉਹਨਾਂ ਦਾ, ਤੇ ਧੰਨਵਾਦ ਕਰਦੇ ਹਾਂ ਜੀ ਅੱਜ ਦੇ ਸਾਡੇ ਮਾਹਿਰ ਮਹਿਮਾਨਾਂ ਦਾ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।